साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। चौर छत्र तख्त दी मालिक धन धन गुरु ग्रंथ साहिब जी की पावन पवित्र हजूरी अंदर सज बैठी गुरु प्यारी गुरु सवारी साध संगत जीओ। वड्डे भागां वाले हो जो इस समय सतगुरु जी की पावन गोद अंदर सुभाईमान हो करके अते लाइव के माध्यम राही जिहड़ियां संगतां सरवण कर रही ने सतगुरु जी के पावन शब्द अनुसार अपना जीवन बिताउण जीवन जुगत प्राप्त करन दा जिहड़ा है वो उदम कर रही ने। आओ लड़ीवार सहज पाठ की विचार के नाल जुड़ना करिए। फतेह प्रवान करो जी। वाहिगुरू जी का खालसा वाहिगुरू जी की फतेह। श्री राग महला तीजा। किरपा करे गुर पाईऐ हर नामों दे दृढ़ाए। सतगुरु गुरु अमरदास पातशाह जी का यह 52 नंबर शब्द है। सतगुरु पातशाह जी रहमत कर रहे हैं कि जदों वो मालिक परमेश्वर है जिहड़ा वो रहमत करता है कि जदों परमात्मा किरपा करता है तां गुरु नाल मिलाप हुंदा है, गुरु नूं मिल सकीदा है अते गुरु मनुख दे हिरदे विच फिर परमात्मा दा नाम दृढ़ाए। दृढ़ाउणा तो भाव पक्का करना कि पक्का कर दिंदा है, पक्के तौर ते जिहड़ा है वो नाम नूं वसा दिंदा है। बिन गुर किनै ना पायो बिरथा जन्म गवाए। हुण सतगुरु पातशाह जी ये तो हुण बड़े सौखे शब्दां दे विच रहमत कर रहे हैं। बिन गुर किनै ना पायो कि गुरु दे आसरे तो बिना किसी ने भी पायो उस मालिक नूं प्राप्त नहीं कीता, उस परमेश्वर परमात्मा नूं नहीं मिल सकिया है। बिरथा जन्म गवाए, अपना जन्म है वो बिरथा ही गवा लिया है, बिरथा ही कर लिया, भाव कि इहदा लाभ है जिहड़ा वो प्राप्त नहीं कीता है। मन मुख कर्म कमावणे दरगा मिलै सजाए। सतगुरु पातशाह जी आखन लगे मनमुख कर्म कमावने। जेड़े मनुख अपने मन के पिछे लग के कर्म करते ने, मन के पिछे तुर के जेड़े मिथे हुए धार्मिक काम ने उन्हां नूं करदे ने। सिर्फ इस दिन आ काम करना है, इस समय आ काम करना है, बस कि ਜਿਹੜੇ ਮਿੱਥੇ ਹੋਏ ਧਾਰਮਿਕ ਕਾਰਜ ਸਿਰਫ ਆਪਣੇ ਮਨ ਦੇ ਪਿੱਛੇ ਲੱਗ ਕੇ ਕਰਦੇ ਐ। ਸਤਿਗੁਰੂ ਜੀ ਆਖਣ ਲੱਗੇ ਉਹ ਕੰਮ ਕੀਤਿਆਂ ਮਾਲਕ ਦੀ ਦਰਗਾਹ, ਮਾਲਕ ਦੀ ਹਜ਼ੂਰੀ ਵਿੱਚ ਫਿਰ ਸਜ਼ਾ ਹੀ ਮਿਲਦੀ ਹੈ। ਉਹਦੇ ਨਾਲ ਪ੍ਰਵਾਨ ਨਹੀਂ ਹੋ ਸਕੀਦਾ, ਆਦਰ ਇੱਜ਼ਤ ਜਿਹੜਾ ਹੈ ਉਹ ਨਹੀਂ ਮਿਲਦਾ, ਸਗੋਂ ਜਿਹੜਾ ਹੈ ਉੱਥੇ ਸਜ਼ਾ ਜਿਹੜੀ ਹੈ ਉਹ ਮਿਲਦੀ ਹੈ। मन रे दूजा भाव चुकाए।
हे मेरे मन गुरु दी शरण पै के अपने अंदरों दूजा भाव चुका। दूजा भाव तो भाव माया दे नाल जिहड़ा तेरा प्रेम है उन्नू दूर कर। माया नाल जिहड़ा तेरा प्यार प्रेम पिया होया है उन्नू दूर कर। दूजा भाव शब्द जदों भी आवेगा उदों उहदा अर्थ होएगा गुरु वल्लों प्रेम छड्ड के माया दे नाल विकारां दे नाल प्रेम करना। दूजा भाव अंतर तेरे हर वसै गुर सेवा सुख पाए रहाओ। ਹੁਣ ਸਤਿਗੁਰੂ ਜੀ ਆਖਦੇ ਨੇ ਕਿ ਅੰਤਰ ਤੇਰੇ ਹਰ ਵਸੈ। ਤੇਰੇ ਅੰਦਰ ਉਹ ਹਰੀ ਉਹ ਮਾਲਕ ਪਰਮੇਸ਼ਰ ਵਸਦਾ ਹੈ, ਪਰ ਫਿਰ ਵੀ ਤੂੰ ਸੁਖੀ ਕਿਉਂ ਨਹੀਂ ਹੈ? ਭਾਵ ਫਿਰ ਵੀ ਤੂੰ ਦੁੱਖ ਹੀ ਭੋਗ ਰਿਹਾ ਹੈ, ਤੂੰ ਸੁਖ ਪ੍ਰਾਪਤ ਨਹੀਂ ਕਰ ਰਿਹਾ। ਕਿਉਂ? ਕਿਉਂਕਿ ਗੁਰ ਸੇਵਾ ਸੁਖ ਪਾਏ। ਤੂੰ ਗੁਰੂ ਦੇ ਦੱਸੇ ਅਨੁਸਾਰ ਸੇਵਾ ਨਹੀਂ ਕਰਦਾ। ਭਾਵ ਕਿ ਉਸ ਮਾਲਕ ਨੂੰ ਧਿਆਉਂਦਾ ਨਹੀਂ, ਉਸ ਮਾਲਕ ਦੀ ਰਜ਼ਾ ਨੂੰ ਗੁਰੂ ਦੇ ਅਨੁਸਾਰ ਸਮਝਦਾ ਨਹੀਂ, ਗੁਰੂ ਦੇ ਅਨੁਸਾਰ ਤੂੰ ਸੇਵਾ ਨਹੀਂ ਕਰਦਾ। ਇਸ ਕਰਕੇ ਤੂੰ ਜਿਹੜਾ ਹੈ ਦੁਖੀ ਹੈ। ਪਰ ਜਦੋਂ ਗੁਰੂ ਦੀ ਸੇਵਾ ਹੁੰਦੀ ਹੈ, ਗੁਰੂ ਦੇ ਅਨੁਸਾਰ ਹੀ ਤੂੰ ਜੀਵਨ ਬਤੀਤ ਕਰਦਾ ਹੈ, ਉਦੋਂ ਆਤਮਿਕ ਸੁੱਖ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਹੁਣ ਵੇਖੋ ਸਤਿਗੁਰੂ ਨੇ ਸਾਫ਼ ਸ਼ਬਦਾਂ ਵਿੱਚ ਕਲੀਅਰ ਕੀਤਾ ਹੈ ਕਿ ਭਾਵੇਂ ਕੋਈ ਮਨਮੁਖ ਹੈ ਤੇ ਭਾਵੇਂ ਕੋਈ ਗੁਰਮੁਖ ਹੈ, ਉਹ ਮਾਲਕ ਸਾਰਿਆਂ ਅੰਦਰ ਵਸਦਾ ਹੈ। ਪਰ ਜਿਹੜਾ ਗੁਰੂ ਦੇ ਅਨੁਸਾਰ ਹੀ ਸੇਵਾ ਕਰਦਾ ਹੈ, ਆਪਣਾ ਜੀਵਨ ਬਿਤਾਉਂਦਾ ਹੈ, ਉਹ ਆਤਮਿਕ ਸੁੱਖ ਪ੍ਰਾਪਤ ਕਰਦਾ ਹੈ। ਬਾਕੀ ਭਟਕਦੇ ਰਹਿੰਦੇ ਨੇ, ਭਾਵੇਂ ਕਿ ਉਹਨਾਂ ਦੇ ਅੰਦਰ ਵੀ ਉਸ ਮਾਲਕ ਦੀ ਜੋਤ ਹੈ, ਪਰ ਉਹ ਫਿਰ ਵੀ ਹਨੇਰੇ ਦੇ ਵੱਲ, ਦੂਜੇ ਭਾਵ ਦੇ ਵੱਲ ਆਪਣਾ ਜਿਹੜਾ ਪ੍ਰੇਮ ਜਿਹੜਾ ਹੈ ਮਾਇਆ ਦੇ ਵੱਲ ਲਗਾਉਂਦੇ ਹਨ। ਸਚ ਬਾਣੀ ਸਚ ਸ਼ਬਦ ਹੈ, ਜਾਂ ਸਚ ਧਰੇ ਪਿਆਰ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਸੱਚ ਬਾਣੀ ਸੱਚ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਉਸ ਮਾਲਕ ਦੀ ਬਾਣੀ ਵੀ ਸਦਾ ਥਿਰ ਹੈ। ਸੱਚ ਸ਼ਬਦ ਉਹਦਾ ਸ਼ਬਦ ਵੀ ਜਿਹੜਾ ਹੈ ਸਦਾ ਦੇ ਲਈ ਹੈ, ਸਦਾ ਥਿਰ ਹੈ, ਉਹਦੇ ਵਿੱਚ ਕੋਈ ਵਾਧ ਘਾਟ ਨਹੀਂ। ਕਹਿਣ ਤੋਂ ਭਾਵ ਹੈ ਕਿ ਉਹਦਾ ਹੁਕਮ ਅਟਲ ਹੈ। ਭਾਵੇਂ ਅੱਜ ਤੋਂ ਲੱਖਾਂ ਕਰੋੜਾਂ ਸਾਲ ਪਹਿਲਾਂ ਦੀ ਗੱਲ ਕਰ ਲਈਏ ਤੇ ਭਾਵੇਂ ਅੱਜ ਤੋਂ ਲੱਖਾਂ ਕਰੋੜਾਂ ਸਾਲ ਅਰਬਾਂ ਸਾਲ ਬਾਅਦ ਦੀ ਗੱਲ ਹੋਵੇਗੀ, ਉਹਦਾ ਭਾਣਾ ਉਹਦਾ ਸ਼ਬਦ ਇੱਕੋ ਜਿਹਾ ਹੀ ਰਹੇਗਾ। ਉਹਦੇ ਵਿੱਚ ਕੋਈ ਘਾਟ ਵਾਧ ਨਹੀਂ ਆਏਗੀ ਕਿ ਅੱਜ ਵੱਧ ਗਿਆ ਹੈ ਤੇ ਪਿੱਛੋਂ ਜਿਹੜਾ ਹੈ ਉਹ ਘਟ ਗਿਆ ਹੈ, ਕਿ ਪਹਿਲਾਂ ਮਾਲਕ ਇਸ ਤਰ੍ਹਾਂ ਨਿਆਂ ਕਰਦਾ ਸੀ ਹੁਣ ਇਸ ਤਰ੍ਹਾਂ ਨਿਆਂ ਕਰਦਾ। ਕਹਿਣ ਤੋਂ ਭਾਵ ਹੈ ਕਿ ਉਹਦਾ ਹੁਕਮ ਅਟਲ ਹੈ। ਜਾਂ ਸੱਚ ਧਰੇ ਪਿਆਰ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਫਿਰ ਜਦੋਂ ਉਸ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ ਤਾਂ ਫਿਰ ਮਾਲਕ ਜੀ ਰਹਿਮਤ ਕਰਦੇ ਹਨ। ਉਦੋਂ ਹੀ ਮਨੁੱਖ ਉਸ ਮਾਲਕ ਦੇ ਵਿੱਚ ਪਿਆਰ ਜਿਹੜਾ ਉਹ ਜੋੜਦਾ ਹੈ। ਕਹਿਣ ਤੋਂ ਭਾਵ ਹੈ ਕਿ ਜਦੋਂ ਉਹਦੇ ਵਿੱਚ ਜਿਹੜਾ ਹੈ ਪ੍ਰੇਮ ਗੁਰੂ ਦੇ ਸ਼ਬਦ ਦੇ ਨਾਲ ਪ੍ਰਾਪਤ ਹੁੰਦਾ ਹੈ, ਮਨੁੱਖ ਕਰਦਾ ਹੈ, ਤਦੋਂ ਹੀ ਜਿਹੜਾ ਹੈ ਉਸ ਮਾਲਕ ਦੇ ਨਾਲ ਪ੍ਰੇਮ ਵੱਜਦਾ ਹੈ, ਹੁੰਦਾ ਹੈ। ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ। ਹੁਣ ਪਾਤਸ਼ਾਹ ਜੀ ਆਖਦੇ ਕਿ ਜਦੋਂ ਫਿਰ ਉਸ ਮਾਲਕ ਦਾ ਨਾਮ ਹੈ ਜਿਹੜਾ ਉਹ ਹਿਰਦੇ ਦੇ ਵਿੱਚ ਗੁਰੂ ਦੇ ਰਾਹੀਂ ਉਹ ਮਾਲਕ ਪ੍ਰਗਟ ਹੋ ਜਾਂਦਾ ਹੈ ਹਿਰਦੇ ਦੇ ਵਿੱਚ, ਤਾਂ ਫਿਰ ਹੁੰਦਾ ਕੀ ਹੈ? ਹਰ ਕਾ ਨਾਮ ਮਨ ਵਸੈ। ਉਹਦਾ ਨਾਮ ਗੁਰੂ ਦੇ ਰਾਹੀਂ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਵਸ ਜਾਂਦਾ ਹੈ, ਤੇ ਫਿਰ ਜੀਵਨ ਦੇ ਵਿੱਚੋਂ ਹਉਮੈ ਕ੍ਰੋਧ, ਹਉਮੈ ਅਤੇ ਕ੍ਰੋਧ ਹੈ ਜਿਹੜਾ ਇਹ ਵਿਕਾਰ ਆਦਿ ਨੇ ਇਹ ਦੂਰ ਹੋ ਜਾਂਦੇ ਹਨ, ਇਹ ਖਤਮ ਹੋ ਜਾਂਦੇ ਹਨ। ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ।
मोख द्वार दा आपां अर्थ कई बार कर चुके हाँ। इहदा अर्थ है कि मुक्ति जां मोख द्वार दा अर्थ की है जी? विकारां दे वल्लों मुक्ति दा दरवाजा, विकारां दे वल्लों माया दे वल्लों मुक्त हो जाना। हुण मुक्ति कोई ये नहीं है कि कई बारी बड़ा हौआ जा बना के दसिया जाता है कि जदों बंदा मरदा है तो फिर ही उहदी मुक्ति हुंदी है, फिर ही जाके उहनूं कोई वखरा जा मिलदा है। पर सतगुरु जी ते आखदे हन कि मरण मुक्त किन पाई, कि मरण तो बाद किन्ने मुक्ति प्राप्त कीती है ते किसी नूं पता ही नहीं गां की हुंदा की नहीं हुंदा। असल है कि जिउंदियां होया मुक्त होना, जीवन दे विच जिउंदे होए समाज दे विच परिवार दे विच रहिंदियां होइयां श्वास लैंदियां होइयां मुक्त हो जाना। मुक्त किहदे तो होना है? दूजे भाव तो। दूजा भाव किहड़ा है? माया है, विकार ने, कि इन्हां तो मुक्त हो जाना, इन्हां नूं दूर छड्ड देना, इन्हां तो जिहड़ा है पिछा छुड़ा लेना। इसे करके पातशाह जी इत्थे समझा रहे हन कि मन निर्मल नाम ध्याइए, कि परमात्मा दा नाम जदों इस पवित्र निर्मल मन दी राही सिमरिया जा सकता है, जदों सिमरिया जाता है, जदों दा मालक दा नाम फिर हिरदे दे विच वसदा है। पिछली पंक्ति अंदर आखदे ने कि वस जाता है, ते जदों फिर ध्याया जाता है, जदों उस दे नाम दी कमाई कीती जाती, उहदी रज़ा दे विच चलिया जाता है, फिर उदों मनुख ਉਹਦੀ याद विच जुड़दा है। भाव भगती है, ਉਹਦੇ याद दे विच जुड़े रहना, ਉਹਦੇ नाम दी कमाई करनी भगती है। तदों फिर विकारां तो खलासी दा रस्ता जिहड़ा लभ जांदा है। भाव विकारां तो मनुख मुक्त हो जाता है। मन दे विच फिर विकार ਉਹਨੂੰ तंग नहीं करदे, फिर आसे पासे दे विचार ਉਹਨੂੰ तंग नहीं करदे। ਉਹਨੂੰ सिर्फ इक्को ही शब्द दिखदा है कि मेरे गुरु दा आउण वाले समय दे लई जां जिस प्रैजेंट समय दे मैं विच विचर रहा हाँ, उहदे प्रति मेरे गुरु दा की हुक्म है। भावें किसी भी तरह की सिचुएशन आ बने जीवन दे विच, उदों सिर्फ ते सिर्फ गुरु तो सेध लवे कि गुरु मेरा की आखदा है, बस मेरा यही फैसला है। कहण तो भाव फिर उहनूं उत्थे दुनियावी नतीजे जां दुनियावी गल्लां प्रभावित नहीं करदियां। दुनियावी गल्लां ते फिर विकारां दा रूप हो सकदियां ने ते जां माया दा रूप हो सकदियां ने। कि जे गुरु दे शब्द तो कोई भी उल्ट विचार मन विच आउंदा है जां असीं काम करदे हां ते ओह साडे वास्ते माया दा रूप है। हौमै विच जग बिनसदा, मर जम्मै आवै जाए। हौमै विच, हौमै दे विच जग जिहड़ा ਉਹ ਬਿਨਸਦਾ है। भाव हौमै दे विच रह करके हौमै दे विकार नूं कमा कमा के जीव है जिहड़ा ਇਹ जगत है, ਉਹ ਆਪਣੀ आत्मक मौते मरदा है। आत्मक मौत जिहड़ी ਉਹ ਸਹੇੜ ਲੈਂਦਾ है कि अंदरों ਉਹਦਾ ਜ਼ਮੀਰ कई वार मर ही ਜਾਂਦਾ है कि सिर्फ मैं दे करके हौमै दे करके मर जम्मै आवे जाए। फिर वो मुड़ मुड़ हौमै दे करके जमदा है, मरदा है, आउंदा है, जांदा है। मन मुख शब्द न जाननी, जासन पत गवाए। ਜਿਹੜੇ ਮਨਮੁਖ ਨੇ, ਭਾਵ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਮਨ ਦੇ ਪਿੱਛੇ ਲੱਗਦੇ ਨੇ, ਸ਼ਬਦ ਨਾ ਜਾਣਨੀ, ਉਹ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਕਰਦੇ, ਗੁਰੂ ਦੇ ਸ਼ਬਦ ਨੂੰ ਸਮਝਦੇ ਨਹੀਂ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾਉਂਦੇ ਨਹੀਂ ਹਨ। ਜਾਸਣ ਜਾਂਦੇ ਹਨ, ਪਤ ਗਵਾਏ, ਭਾਵ ਇਸ ਸੰਸਾਰ ਤੋਂ ਜਾਂਦੇ ਹੋਏ ਫਿਰ ਉਹ पत गवा के, भाव अपनी इज्जत विकारां दे हथों गवा के, माया दे हथों दाग लवा के ही जांदे हन। गुर सेवा नाउ पाईऐ, सच्चे रह समाए। पातशाह जी आखन लगे,
गुर सेवा, गुरु दी दसी सेवा अनुसार ही, गुरु दी दसी भगती के अनुसार ही नाउ पाइए उस मालिक परमेश्वर का नाम प्राप्त किया जा सकता है। भाव उहदे नाल मिलाप हासिल किया जा सकता है। सच्चै रह समाए ते उस सच्चे दे विच जिहड़ा है वो समा सकीदा है। भाव उहदे नाल एक मिक हो सकीदा है। शब्द मन्निए गुर पाइए, विचों आप गवाए। सतगुरु पातशाह जी आखते हैं, शब्द मन्निए गुर पाइए कि जे गुरु दे शब्द विच शरधा बन जाए, जे गुरु दे शब्द ते भरोसा हो जाए। कहन तो भाव है कि जे गुरु ते पक्का भरोसा बच जाए, उतों तो नहीं कि उतों सिर्फ मत्था टेक लिया एक बारी, वो दरवाजे ते टेक लिया, फिर इत्थे आके टेक लिया, फिर पिछले पासे भी टेक लिया, फिर वो परले पासे अंदर भी टेक लिया, फिर जान लग्या टेक लिया। ਉਹਦਾ ਭਾਵ ਸ਼ਰਧਾ ਨਹੀਂ ਹੈ। ਸ਼ਰਧਾ ਦੇ ਨਾਲ ਇੱਕ ਵਾਰੀ ਟੇਕਿਆ ਬੜਾ ਹੈ, ਤੇ ਜੇ ਅੰਦਰ ਸ਼ਰਧਾ ਨਹੀਂ ਫਿਰ ਭਾਵੇਂ 5-7 ਗੇੜੇ ਹੋਰ ਵੀ ਕੱਢ ਲਓ, ਉਹ ਵੀ ਪ੍ਰਵਾਨ ਨਹੀਂ ਹੋਣਾ। ਕਹਿਣ ਤੋਂ ਭਾਵ ਹੈ कि जिन्ना चिर हिरदे दे अंदर शरधा नहीं है, भरोसा नहीं है, उन्ना चिर ये कीते हुए धार्मिक काम कारज ने जिहड़े ये कीती हुई क्रिया प्रवान नहीं हुंदी। जिन्ना चिर गुरु दे शब्द नूं असीं मनदे नहीं कि जो गुरु आख रहा है वो असीं मनदे नहीं। हुण कई बार इंज कह लीए कि सानूं भरोसा इस करके भी नहीं बचदा कि हुण गुरु किहड़ा बोलदा है। याद रखना करो कि जदों धन गुरु नानक साहब पातशाह जी देही रूप दे विच सन, उदों गुरु अंगद साहब पातशाह जी गुरु नहीं सन, गुरु अमरदास पातशाह जी गुरु रूप नहीं सन, गुरु रामदास पातशाह जी गुरु रूप नहीं सन। ते पर हुण ते साडे कोल सारे गुरु साहिबान जिहड़े उत्थे बैठे होए ने कि हमेशा अमृत वेले गुरु पातशाह जी जिहड़ा है प्रकाश जदों हुंदा है उदों हुक्म जिहड़ा बख्शिश करके उपदेश बख्शिश करके निवाजदे ने। इहदा भाव ये नहीं कि सिर्फ गुरु ग्रंथ साहब बोलते ने, वो गुरु साहिबान ही बोल रहे हैं जिन्हां दा शब्द आउंदा है। जिवें हुण आपां विचार कर रहे हैं गुरु अमरदास पातशाह जी दे शब्दां दी, ते इह गुरु अमरदास जी आप बोल रहे ने, मता किते समझ लिओ कोई होर बोल रहा है। इहदा भाव यह है कि जो गुरु आख रहा है वो असीं मनना है। क्योंकि कई बार असीं भुलेखा खा लेने कि गुरु ग्रंथ साहब किहड़ा बोलते ने जां तुरदे फिरदे ने, जां वो कहण तो भाव है कि साडा गुरु शब्द है, देही गुरु नहीं है। साडा देही बिनसनहार है। ਉਹ ਭਾਵੇਂ ਗੁਰੂ ਸਾਹਿਬਾਨ ਦੇ ਸਰੀਰ ਸਨ, ਭਾਵੇਂ ਭਗਤ ਸਾਹਿਬਾਨਾਂ ਦੇ ਸਿੱਖਾਂ ਦੇ ਸਾਹਿਬਾਨ ਦੇ ਸਰੀਰ ਸਨ, ਉਹ ਬਿਨਸਨਹਾਰ ਬਿਨਸ ਗਏ, ਖਤਮ ਹੋ ਗਏ ਸਮੇਂ ਦੇ ਅਨੁਸਾਰ, ਪਰ ਸ਼ਬਦ ਕਦੇ ਖਤਮ ਨਹੀਂ ਹੁੰਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇੱਕੋ ਗੱਲ ਆਖਦੇ ਨੇ ਨਾ, ਜਦੋਂ ਸਿੱਧ ਪੁੱਛਦੇ ਨੇ ਕਿ ਤੇਰਾ ਗੁਰੂ ਕੌਣ ਹੈ, ਤੇ ਪਾਤਸ਼ਾਹ ਜੀ ਇੱਕੋ ਹੀ ਜਵਾਬ ਦਿੰਦੇ ਆ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। यही गल आखते ने ना गुरबाणी दे विच सिद्ध गोष्ठ दे विच ये बचन गुरु नानक साहब जी दे दर्ज ने कि मेरा गुरु कोई नहीं है, शब्द ही मेरा गुरु है। तो जे गुरु नानक साहब जी का शब्द गुरु है तो फिर साडा भी तो शब्द ही गुरु है ना। इस करके हुण ये गुरु अमरदास पातशाह जी आप बोल रहे ने, मता किते समझ लियो मैं बोल रहा जां कोई होर बोल रहा। ये गुरु अमरदास पातशाह जी अपने मुख तो आप बचन कर रहे ने कि किवें तू जीवन दे विच जिहड़ा है वो सुख आनंद प्राप्त करना है। इस करके शरधा दे नाल जिहड़ा भी कारज करना है वो शरधा भरोसे दे नाल करो, उन्हां सब नूं प्राप्त हुंदा है। कई बार ये भी गल हुंदी है ना कि अरदास कीती जांदी है ते अरदास करदियां होइयां भावना नहीं हुंदी, बस इहो ही हुंदा कि बस जो गुरु ग्रंथ साहब अगे जाओ, जाके खड़े होकर अरदास करो, अरदास पूरी हो जाएगी। भाई इस तरह नहीं। जिस दिन शरधा दे नाल घरों तुरेगा ना अरदास करन दे लई,
उस दिन अरदास उत्थे ही पूरी हो जानी, इत्थे ते तेरा आउणा ही है, इत्थे तो शुकराना करनी आवेगा जे शरधा है। जे शरधा नहीं है, जिवें कहंदे हुंदे आ ना कि पुराने समय की एक कहावत है कि भावें ऐसा हुंदा नहीं है, जां कि जे शरधा सी ते धन्ने ने पत्थर चों रब प्राप्त कर लिया सी, ते जे शरधा नहीं है तो फिर भावें सामने गुरु बैठा होवे फिर तां वी उहदा असीं मिलाप हासिल नहीं कर सकते। शरधा नाल सब कुछ है। ये सिर्फ एक आपां उदाहरण वरती है कि पत्थर दे विचों रब प्राप्त हो जाता है, वो सिर्फ साडी शरधा दे विचों प्राप्त हुंदा है। पत्थरां दे विचों कदे रब नहीं निकलदा, वो साडी शरधा जिस दे विच होवे वो ही सानू रब रूप दसन लग पैंदा है। यही गल सतगुरु जी इत्थे कर रहे हन कि गुर सेवा शब्द मन्ने गुर पाइए विचों आप गवाए, कि जे गुरु दे शब्द विच शरधा बन जाए, भरोसा बन जाए तां गुरु मिल पैंदा, फिर गुरु मिलदा है, फिर गुरु दे नाल जिहड़ी है वो प्रीत बनदी है। ते जिहड़ा मनुख गुरु दे शब्द विच शरधा बनाउंदा है फिर वो अपने अंदरों हौमै जिहड़ी है वो दूर कर लैंदा है, विचों आप गवाए, फिर आपा जिहड़ा वो छड्ड दिंदा है, मैं छड्ड दिंदा है, कि उत्थे अपनी मत त्याग दिंदा है, गुरु दी मत फिर धारण करदा है। मत्था टेकण दा भाव ही ये हुंदा है कि अपनी मत गुरु पातशाह जी तुहाडे चरनां विच रख दित्ती है, हुण मेरी अपनी मत नहीं है, जो तुसीं कहोगे मैं उही मन्नांगा। इहदा भाव ये है, अन दिन भगत करे सदा साचे की लिव लाए। अन दिन का अर्थ की है जी? दिन रात। दिन रात तो भाव सदा हमेशा, कि फिर वो मनुख जिहड़ा शरधा जोड़दा है, गुरु दी भी शरधा प्रगट करदा, वो हर वेले उस सदा थिर प्रभु दे चरनां दे विच सुरत जोड़ के सदा उस दी जिहड़ी है भगती करदा है। सदा सदा भगती करन तो भाव है कि जिस दिन ही सोझी आ गई शब्द दी, उस दिन तो लैके अखीरले समय तक जिन्ना चिर शरीर दे अंदर सवास चलदे ने उन्ना समय भगती करदा है। हुण भगती करन दा की अर्थ है जी? आपां कई बार साझा कर चुके हैं। की अर्थ है कि सदा भगती करनी, कि गुरबाणी ये अर्थ करती है कि बस जिस दिन तो शब्द की समझ आ गई उस दिन चौंकड़ा मार के जां घर छड्ड के जां काम छड्ड के बह जाओ ते बस पाठ करी जाओ जां माला फड़ के लगे रहो। की भगती करन दा अर्थ ये है? होर फिर की है जी? कि जो उस मालक दा हुक्म है, गुरु दा शब्द आखदा है, उस नूं याद करके हमेशा जीवन दे विच लागू करना, कि कदे भी गुरु दे शब्द तो मुख नहीं मोड़ना, उहदी रज़ा तो मुख नहीं मोड़ना। ये है भगती। ਉਹਦੇ ਦੱਸੇ ਅਨੁਸਾਰ ਆਪਣੇ ਕਰਮ ਕਰਨੇ, ਇਹ ਭਗਤੀ ਹੈ। ਨਾ ਕਿ ਇਹ ਭਗਤੀ ਕੰਮ ਤੋਂ ਡਰਦਿਆਂ ਹੋਇਆਂ ਵੀ ਬਸ ਮੇਰਾ ਟਾਈਮ ਹੋ ਗਿਆ ਮੈਂ ਤੇ ਪਾਠ ਕਰਨਾ ਹੈ ਜਾਂ ਮੈਂ ਪਾਠ ਕਰਨਾ ਬੁਰਾ ਨਹੀਂ ਹੈ, ਪਰ ਕੰਮ ਤੋਂ ਲੁਕਦਿਆਂ ਹੋਇਆਂ ਕਰਨੇ ਕਿ ਮੈਨੂੰ ਆਹ ਕੰਮ ਕਰਨਾ ਪੈਣਾ ਜਾਂ ਮੈਨੂੰ ਇੱਥੇ ਦੂਰ ਕਿਤੇ ਜਾਣਾ ਪੈਣਾ ਮੈਂ ਪਾਠ ਕਰਾਂ, ਇਹ ਬਹਾਨਾ ਲਾ ਲੈਣਾ ਕਿ ਉਹਦਾ ਅੰਦਰ ਨਾਲ ਸੰਬੰਧ ਕੋਈ ਨਾ ਹੋਣਾ, ਸਿਰਫ ਬਾਹਰੋਂ ਬਚਣਾ ਜਾਂ ਬਾਹਰੋਂ ਵਿਖਾਉਣ ਵਾਸਤੇ ਕਰਨਾ। ਬਾਣੀ ਦਾ ਅਭਿਆਸ ਕਰਨਾ ਹੈ ਹਰ ਗੁਰਸਿੱਖ ਨੇ। ਇਹ ਜ਼ਰੂਰੀ ਹੈ ਗੁਰਸਿੱਖ ਦੇ ਲਈ ਕਿ ਹਰ ਸਿੱਖ ਸਹਿਜ ਪਾਠ ਕਰੇ, ਹਰ ਸਿੱਖ ਨਿਤਨੇਮ ਕਰੇ, ਉਹਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜੇ। ਇਹ ਸਿੱਖ ਦੇ ਲਈ ਜ਼ਰੂਰੀ ਹੈ, ਕਰਨਾ ਹੀ ਕਰਨਾ ਹੈ। ਪਰ ਇਹ ਭਾਵਨਾ ਰੱਖ ਕੇ ਕਰੇ ਕਿ ਮੈਨੂੰ ਸਿਰਫ ਦੁਨੀਆ ਵੇਖੇ, ਦੁਨੀਆ ਮੈਨੂੰ ਵੇਖੇ ਕਿ ਮੈਂ ਪਾਠ ਕਰਦਾ ਜਾਂ ਮੈਂ ਆਹ ਕਾਰਜ ਕਰਨਾ, ਇਹ ਭਾਵਨਾ ਨਹੀਂ। इस करके कि गुरु दे शब्द की याद साडे जीवन दे विच बन सके। नाम पदार्थ मन वसिया, नानक सहज समाए। हे नानक कि जदों फिर उस दा नाम जिहड़ा है मनुख दे हिरदे दे विच आ वसदा है, प्रगट हो जाता है,
ਤਾਂ ਨਾਨਕ ਸਹਿਜ ਸਮਾਏ। ਫਿਰ ਉਹ ਭਾਵ ਕਿ ਜਿਹੜੇ ਮਨੁੱਖ ਦੇ ਅੰਦਰ ਵਸ ਜਾਂਦਾ ਹੈ ਉਹ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਸ੍ਰੀ ਰਾਗ ਮਹਿਲਾ ਤੀਜਾ। ਇੱਥੇ ਹੁਣ ਸਤਿਗੁਰੂ ਪਾਤਸ਼ਾਹ ਜੀ ਪਹਿਲੀਆਂ ਪੰਕਤੀਆਂ ਦੇ ਅੰਦਰ ਫਸਟ ਪਰਸਨ ਦੀ ਗੱਲ ਕਰ ਰਹੇ ਕਿ ਜਿਹਨੂੰ ਪਹਿਲਾ ਪੁਰਖ ਕਹਿੰਦੇ ਅਸੀਂ, ਭਾਵ ਕਿ ਆਪਣੇ ਤੌਰ ਤੇ ਬੇਨਤੀ ਕਰ ਰਹੇ। ਇਸ ਕਰਕੇ ਬਹੁਤੇ ਉਚਾਰਨ ਨਾਸਕੀ ਹੋਣਗੇ ਕਿ ਜਿਨੀ ਪੁਰਖੀ, ਜਿਨ੍ਹਾਂ ਪੁਰਖਾਂ ਨੇ, ਜਿਵੇਂ ਪਹਿਲਾ ਸ਼ਬਦ ਹੈ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਹਨ ਕਿ ਜਿਨ੍ਹਾਂ ਮਨੁੱਖਾਂ ਨੇ, ਇੱਥੇ ਪੁਰਖ ਕੱਲਾ ਬੰਦਿਆਂ ਵਾਸਤੇ ਨਹੀਂ ਹੈ, ਸਾਰਿਆਂ ਵਾਸਤੇ। ਮਤਾਂ ਕਿਤੇ ਸਮਝ ਲੈਣ ਕਿ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਬੈਠੀਆਂ ਨੇ ਉਹ ਆਖਣ ਕਿ ਨਹੀਂ ਇਕੱਲੇ ਪੁਰਖਾਂ ਨੂੰ ਆਖਿਆ ਗਿਆ, ਸਾਡੀ ਗੱਲ ਨਹੀਂ। ਸਭਨਾਂ ਵਾਸਤੇ ਸ਼ਬਦ ਸਤਿਗੁਰੂ ਜੀ ਨੇ ਵਰਤਿਆ ਹੈ। ਜੇ ਜੀਵ ਇਸਤਰੀ ਵਰਤਦੇ ਨੇ ਉਹ ਵੀ ਸਾਰਿਆਂ ਵਾਸਤੇ, ਜੇ ਪੁਰਖ ਵਰਤਦੇ ਨੇ ਉਹ ਵੀ ਸਾਰਿਆਂ ਦੇ ਵਾਸਤੇ ਸਾਂਝਾ ਸ਼ਬਦ ਹੈ ਕਿ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਸਤਿਗੁਰ ਨਾ ਸੇਵਿਓ ਕਿ ਸਤਿਗੁਰੂ ਦੇ ਅਨੁਸਾਰ ਆਪਣਾ ਜੀਵਨ ਬਤੀਤ ਨਹੀਂ ਕੀਤਾ, ਉਹ ਚੌਹਾਂ ਯੁੱਗਾਂ ਦੇ ਵਿੱਚ ਦੁਖੀ ਰਹਿੰਦੇ ਨੇ। ਉਹ ਫਿਰ ਵਿਕਾਰਾਂ ਦੇ ਵਿੱਚ ਗ੍ਰਸੇ ਰਹਿੰਦੇ ਨੇ। ਭਾਵ ਕਿ ਯੁੱਗ ਭਾਵੇਂ ਕੋਈ ਵੀ ਹੋਵੇ, ਕਿਉਂਕਿ 4 ਯੁੱਗ ਨੇ ਜਿਹੜੇ ਉਹ ਕੁਝ ਧਰਮ ਮੰਨਦੇ ਨੇ ਕਿ 4 ਯੁੱਗ ਹੁੰਦੇ ਨੇ, ਪਰ ਗੁਰਬਾਣੀ ਤੇ ਕਹਿੰਦੀ ਹੈ ਕਿ ਪਿਛਲੇ ਯੁੱਗਾਂ ਤੋਂ ਤੂੰ ਕੀ ਲੈਣਾ, ਤੂੰ ਤੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ, ਤੂੰ ਹੁਣ ਦੀ ਗੱਲ ਕਰ, ਅੱਗੇ ਪਿੱਛੇ ਨਾ ਜਾ, ਤੂੰ ਹੁਣ ਦੀ ਗੱਲ ਕਰ, ਤੈਨੂੰ ਹੁਣ ਜਿਹੜਾ ਇਹ ਜਨਮ ਮਿਲਿਆ ਹੋਇਆ ਹੈ। ਭਾਵ ਯੁੱਗ ਕੋਈ ਵੀ ਹੋਵੇ, ਗੁਰੂ ਦੀ ਸ਼ਰਨ ਤੋਂ ਬਿਨਾ, ਗੁਰੂ ਦੇ ਸ਼ਬਦ ਤੋਂ ਬਿਨਾ, ਗੁਰੂ ਦੇ ਦੱਸੇ ਰਸਤੇ ਤੋਂ ਬਿਨਾ ਦੁੱਖ ਹੀ ਹੈ, ਦੁੱਖ ਹੀ ਰਹੇਗਾ। ਵਿਕਾਰ ਦੁੱਖ ਦੇਣਗੇ, ਮਾਇਆ ਦੁੱਖ ਦੇਏਗੀ, ਸੰਸਾਰ ਜਿਹੜਾ ਹੈ ਉਹ ਦੁੱਖ ਦੇਏਗਾ। ਸੇ ਦੁਖੀਏ ਜੁਗ ਚਾਰ। ਭਾਵ ਫਿਰ ਉਹ ਚਾਰੇ ਯੁੱਗਾਂ ਦੇ ਵਿੱਚ, ਭਾਵ ਕਿ ਕਿਸੇ ਵੀ ਸਮੇਂ ਦੇ ਅੰਦਰ ਕੋਈ ਵੀ ਮਨੁੱਖ ਹੋਵੇ, ਭਾਵੇਂ ਅੱਜ ਤੋਂ ਕੋਈ 1000 ਸਾਲ ਪਹਿਲਾਂ ਹੋਇਆ ਹੋਵੇ, ਅੱਜ ਤੋਂ ਭਾਵੇਂ ਕੋਈ ਲੱਖ ਸਾਲ ਬਾਅਦ ਜਿਹੜਾ ਹੈ ਉਹ ਪ੍ਰਗਟ ਹੋ ਜਾਏ, ਉਹ ਫਿਰ ਹੋਵੇਗਾ ਕਿ ਜੇ ਉਹਨੇ ਸੱਚੇ ਗੁਰੂ ਦੀ ਸ਼ਰਨ ਨਾ ਲਈ ਤਾਂ ਉਹ ਦੁੱਖ ਹੀ ਜਿਹੜਾ ਹੈ ਪ੍ਰਾਪਤ ਕਰੇਗਾ, ਦੁਖੀ ਹੀ ਰਹੇਗਾ। ਘਰ ਹੁੰਦਾ ਪੁਰਖ ਨਾ ਪਛਾਣਿਆ, ਅਭਿਮਾਨ ਮੁਠੇ ਅਹੰਕਾਰ। ਸਤਿਗੁਰੂ ਪਾਤਸ਼ਾਹ ਹੁਣ ਘਰ ਹੁੰਦਾ, ਹੁੰਦਾ ਉਚਾਰਨ ਕਰਾਂਗੇ, ਹੋਦਾ ਨਹੀਂ, ਇੱਥੇ ਹੋਦਾ ਲਿਖਿਆ ਹੋਇਆ, ਹੋਦਾ ਹੁੰਦਾ ਭਾਵ ਘਰ ਹੁੰਦਾ, ਭਾਵ ਹਿਰਦੇ ਦੇ ਵਿੱਚ ਜਿਹੜਾ ਉਹ ਮਾਲਕ ਵਸਦਾ ਹੈ। ਜਿਹੜੇ ਉਹਨੂੰ ਨਹੀਂ ਪਛਾਣ ਸਕੇ, ਜਿਨ੍ਹਾਂ ਨੇ ਉਹਨੂੰ ਨਹੀਂ ਪਛਾਣਿਆ, ਉਹ ਫਿਰ ਅਹੰਕਾਰ ਦੇ ਵਿੱਚ, ਅਭਿਮਾਨ ਦੇ ਵਿੱਚ ਫਸੇ ਰਹਿ ਕੇ ਆਪਣੇ ਆਤਮਿਕ ਜੀਵਨ ਦੀ ਜਿਹੜੀ ਰਾਸ ਹੈ, ਪੂੰਜੀ ਹੈ, ਉਹਨੂੰ ਲੁਟਾ ਬੈਠਦੇ ਹੈ, ਉਹਨੂੰ ਗਵਾ ਬੈਠਦੇ ਹੈ, ਉਹਨੂੰ ਜਿਹੜਾ ਹੈ ਦੂਰ ਕਰ ਲੈਂਦੇ ਨੇ। ਭਾਵ ਕਿ ਜਿਹੜਾ ਸਮਾਂ ਹੁੰਦਾ ਹੈ ਉਹਨੂੰ ਖਰਾਬ ਕਰ ਲੈਂਦੇ ਹਨ। ਸਤਿਗੁਰੂ ਕਾ ਫਿਟਕਿਆ ਮੰਗ ਥੱਕੇ ਸੰਸਾਰ। ਫਿਟਕਿਆ ਭਾਵ ਜਿਹੜਾ ਜਿਹਨੂੰ ਲਾਨਤ ਪੈ ਜਾਏ, ਜਾਂ ਜਿਹੜਾ ਫਿਟਕਿਆ ਤੋਂ ਭਾਵ ਜਿਹੜਾ ਬੇਮੁਖ ਹੋਵੇ, ਕਿ ਜਿਹੜਾ ਗੁਰੂ ਤੋਂ ਬੇਮੁਖ ਹੈ। ਸਤਿਗੁਰੂ ਕਾ ਫਿਟਕਿਆ, ਜਿਹੜਾ ਗੁਰੂ ਦੇ ਵੱਲੋਂ ਬੇਮੁਖ ਮਨੁੱਖ ਜਗਤ ਵਿੱਚ ਹੈ, ਭਾਵ ਗੁਰੂ ਵੱਲ ਜਿਸ ਦਾ ਮੁਖ ਨਹੀਂ ਹੈ, ਉਹ ਫਿਰ ਜਗਤ ਦੇ ਵਿੱਚ ਮੰਗਤਿਆਂ ਦੇ ਵਾਂਗ ਫਿਰਦਾ ਹੈ। ਮੰਗ ਥੱਕੇ ਸੰਸਾਰ, ਭਾਵ ਮਾਇਆ ਦੀ ਖਾਤਰ ਭਟਕਦਾ ਫਿਰਦਾ। ਹੁਣ ਇਹ ਨਾ ਸਮਝ ਲਿਓ ਕਿ ਜਿਹੜੇ ਆਮ ਆਪਾਂ ਨੂੰ ਚੌਂਕਾਂ ਤੇ ਜਾਂ ਆਉਂਦੇ ਫਿਰਦੇ ਘਰਾਂ ਦੇ ਵਿੱਚ ਮੰਗਤੇ ਮਿਲ ਜਾਂਦੇ, ਉਹਨਾਂ ਦੀ ਗੱਲ ਨਹੀਂ ਹੈ। ਇੱਥੇ ਗੱਲ ਉਹਨਾਂ ਦੀ ਹੈ ਜਿਹੜੇ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ, ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਨਹੀਂ ਵਸਾਉਂਦੇ,
ਅਤੇ ਮਾਇਆ ਦੀ ਖਾਤਰ ਸੰਸਾਰ ਦੇ ਵਿੱਚ ਜਿਹੜੇ ਨੇ ਉਹ ਕੰਮਕਾਰ ਵੀ ਕਰਦੇ ਐ। ਮਾਇਆ ਦੀ ਖਾਤਰ, ਸਿਰਫ ਮਾਇਆ ਦੀ ਖਾਤਰ, ਮਾਇਆ ਦੇ ਵਿੱਚ ਆਪਣਾ ਧਿਆਨ ਰੱਖਦੇ ਕਿ ਇਧਰੋਂ ਕੁਝ ਮਿਲ ਜਾਏ, ਜੇ ਮੈਂ ਆਹ ਕੰਮ ਕਰ ਲਵਾਂਗਾ ਇੰਨੀ ਕੁ ਮਾਇਆ ਮੈਨੂੰ ਇੱਥੋਂ ਕੁ ਮਿਲ ਜੇਗੀ, ਜੇ ਆਹ ਬਿਜ਼ਨਸ ਕਰ ਲਵਾਂ ਤੇ ਮੈਨੂੰ ਆਹ ਕੁਝ ਮਿਲ ਜਾਏਗਾ। ਭਾਵ ਕਿ ਧਿਆਨ ਇਧਰਲੇ ਪਾਸੇ, ਗੁਰੂ ਦੇ ਅਨੁਸਾਰੀ ਨਹੀਂ, ਭਾਵ ਗੁਰੂ ਤੋਂ ਬੇਮੁਖ ਹੋ ਕੇ ਸੱਚੀ ਕਿਰਤ ਕਰਨ ਤੋਂ ਗੁਰੂ ਪਾਤਸ਼ਾਹ ਜੀ ਮਨਾ ਨਹੀਂ ਕਰਦੇ। ਪਰਿਵਾਰ ਪਾਲਣਾ ਹੈ, ਕਿਰਤ ਕਰਨੀ ਜ਼ਰੂਰੀ ਹੈ, अपना हक भी लेना जरूरी है, पर यह नहीं कि ऐसी किरत करनी जो गुरु नूं प्रवान नहीं है। कि हुण दो मनुख जिहड़े वो इकट्ठे किसी थां दे उत्ते डिपार्टमेंट दे विच जॉब करदे हो, किसी भी जगह दे उत्ते, छोटा होवे डिपार्टमेंट वड्डा होवे, जे उन्हां दी मान लईए कि लाख रुपया तनख्वाह है दोवां जिहड़ियां दी, हुण एक है कि जिहड़ा आखदा है कि एक गुरु दे अनुसारी है कि मेरे वास्ते लख बड़ा है, मैनू सरकार है जिहड़ी वो मैनू मेरी नौकरी दा जॉब दा लाख रुपया जां 50,000 जिन्नी भी तनख्वाह है वो दे रही है, मेरा परिवार जिहड़ा वो पल रहा है, वो है सच्ची सुच्ची किरत करके मैं गलत काम नहीं करना। जे हुण दूजे पासे सोच गए कि जिहड़ा दूसरा है वो आखे कि मैं तो काम तां करूँगा किसी का जे कोई मैनू 2-4 छिल्लड़ दे के जाए, ये फिर किरत जिहड़ी हो गई माड़ी हो गई। भाव ये गुरु नूं प्रवान नहीं है। सच्ची सुच्ची किरत प्रवान है कि किरत भी इक्को जगह हो रही है, पर किरत करन दा तरीका बदल गया कि एक है जिहड़ा वो ईमानदारी नाल कर रहा है, दूजा है जिहड़ा वो अजे भी लोड़दा है कि कोई आवे, जे मैं कोई मिथों किसी ने काम कराउणा है तो मैनू कोई 2-4 हज़ार या 2-400 जिन्ना भी है वो दे के जाए। क्योंकि खास करके इंडिया दे विच करप्शन बहुत ज़्यादा है कि कोई नाम ही लैंदा होवे ना, चंगा भी होवे, उन्होंने भी जाके साडे वर्गे आखदे कोई गल नहीं जी चाह पानी कर देंगे, भाव नाम ही कोई लैंदा उन्होंने कह देंगे कि कोई गल नहीं चाह पानी कर देंगे। उत्थे गलती साडी भी है कि असीं इस चीज़ नूं बढ़ावा दिंदे हां। जे साडे गड्डी दे कागज पूरे नहीं है, जे साडी बाइक दे कागज पूरे नहीं है, फिर असीं बचन दी बजाए आख देने कि कोई गल नहीं सर कर लो, थोड़ा जा गांह तो ख्याल रखांगे, आ माड़ी मोटी चाह पानी की सेवा ले लो। कहन तो भाव है कि असीं आप भी पूरे नहीं होंदे, इस करके असीं जे अगला ठीक होवे फिर अगला आखेगा ना काका ये काम नहीं चलना, चलान ते तैनूं देना ही पैना, चलान ते कटाउणा ही पऊगा। ते जे मेरे वर्गा होया कि उन्हें आखना ठीक आ वो है जाके उत्थे रख दे ते चला जा। कहन तो भाव है कि ये किरत ते ये काम ठीक नहीं है। जे साडे कोल कागज पत्तर पूरा होवेगा ते सानू कोई नहीं रोकेगा, ते जे ना होवेगा फिर असीं भी उस कहण दा भाव गंद दे विच हत्थ मारांगे ते अगले नूं भी लबेड़ांगे। भाव उत्थे फिर असीं दोवें इक्को जिहे हां, साडे चों कोई भी ठीक नहीं है। खैर पातशाह जी रहमत करन, इहदा भाव सतगुरु जी यही आखदे हन कि सतगुरु का फिटकिया कि जिन्हें गुरु दे वल्लों मुख मोड़िया होया है, गुरु दे वल्लों बेमुख है, मंग थके संसार, वो फिर संसार दे अंदर माया दी खातर भटकदे फिरदे हन। माया दी खातर जिहड़े हन वो आस पास जिहड़े हन तुरे फिरदे हन। सच्चा शब्द ना सेवियो सब काज सवारन हार। सच्चा तो भाव सदा थिर, सदा अटल। शब्द ना सेवियो, गुरु दा शब्द हमेशा दे लई अटल है कि ਉਹ सदा अटल शब्द ਨੂੰ नहीं सेवदे, भाव नहीं अपने जीवन ਵਿੱਚ ਵਸਾਉਂਦੇ, नहीं सिमरदे, ਜਿਹੜਾ कि सब काज सवारनहार, सारे कारज पूर्ण सवारण ਦੇ ਸਮਰੱਥ है, सारे कारज ਕਰਨ ਦੇ ਸਮਰੱਥ है। मन मेरे सदा हर वेख हदूर,
ਹਦੂਰ ਤੋਂ ਭਾਵ ਹੈ ਅੰਗ ਸੰਗ ਜਾਣਨਾ, ਬਿਲਕੁਲ ਨੇੜੇ ਜਾਣਨਾ ਕਿ ਹੇ ਮਨ ਮੇਰੇ ਸਦਾ ਭਾਵ ਸਦਾ ਹੀ ਹਮੇਸ਼ਾ ਹਰ ਵੇਖ ਹਦੂਰ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਜਿਹੜਾ ਹੈ ਉਹ ਜਾਣ, ਆਪਣੇ ਨੇੜੇ ਜਾਣ। ਜਨਮ ਮਰਨ ਦੁਖ ਪਰ ਹਰੈ, ਸ਼ਬਦ ਰਹਿਆ ਭਰਪੂਰ ਰਹਾਉ। ਹੁਣ ਪਾਤਸ਼ਾਹ ਜੀ ਵੇਖੋ ਕਿੰਨਾ ਸੋਹਣਾ ਸਮਝਾ ਰਹੇ ਹਨ ਕਿ ਜਨਮ ਮਰਨ ਦੁੱਖ ਪਰ ਹਰੈ, ਕਿ ਉਹ ਪਰਮੇਸ਼ਰ ਹੈ ਜਿਹੜਾ ਉਹ ਜੀਵਾਂ ਦਾ ਜਨਮ ਤੇ ਮਰਨ ਦਾ ਦੁੱਖ ਪਰ ਹਰੈ, ਭਾਵ ਖਤਮ ਕਰ ਦਿੰਦਾ ਹੈ, ਕੱਟ ਦਿੰਦਾ ਹੈ। ਸ਼ਬਦ ਰਹਿਆ ਭਰਪੂਰ, ਤੇ ਉਹ ਮਾਲਕ ਹੈ ਜਿਹੜਾ ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਹੈ, ਭਾਵ ਗੁਰੂ ਦੇ ਸ਼ਬਦ ਵਿੱਚ ਉਹ ਆਪ ਹੀ ਵਸਦਾ ਹੈ, ਗੁਰੂ ਦਾ ਸ਼ਬਦ ਉਹ ਆਪ ਹੀ ਹੈ। ਇਸ ਕਰਕੇ ਮਨੁੱਖਾਂ ਨੂੰ, ਜੀਵਾਂ ਨੂੰ ਗੁਰੂ ਦੇ ਸ਼ਬਦ ਵਿੱਚ ਜਿਹੜਾ ਹੈ ਉਹ ਜੁੜਨਾ ਚਾਹੀਦਾ ਹੈ, ਗੁਰੂ ਦੇ ਸ਼ਬਦ ਨੂੰ ਅੰਦਰ ਧਾਰਨ ਕਰ ਲੈਣਾ ਚਾਹੀਦਾ ਹੈ। ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ, ਜੀਵਨ ਦੇ ਵਿੱਚ ਧਾਰਨ ਕਰਨ ਦਾ ਭਾਵ ਹੈ ਕਿ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ। ਸੱਚ ਸਲਾਹਨ ਸੇ ਸੱਚ, ਸੱਚ ਸਲਾਹਨ ਸੇ ਸੱਚੇ, ਸੱਚਾ ਨਾਮ ਆਧਾਰ। ਇੱਥੇ ਮੇਰੇ ਕੋਲੇ ਮਿਸਪ੍ਰਿੰਟ ਹੈ, ਸਿਹਾਰੀ ਲੱਗੀ ਹੋਈ ਹੈ, ਇਸ ਕਰਕੇ ਇਹ ਉਚਾਰਨ ਹੋਇਆ, ਪਰ ਲੱਗ ਰਿਹਾ ਸੀ ਕਿ ਇਹਦਾ ਉਚਾਰਨ ਸੱਚ ਨਹੀਂ ਹੋਵੇਗਾ। ਖੈਰ, ਸੱਚ ਸਲਾਹਨ, ਜਿਹੜੇ ਉਸ ਸਦਾ ਥਿਰ ਮਾਲਕ ਨੂੰ ਸਲਾਹੁੰਦੇ ਹਨ, ਵਡਿਆਈ ਕਰਦੇ ਹਨ, ਸੇ ਸੱਚੇ, ਉਹ ਫਿਰ ਉਸ ਸਦਾ ਥਿਰ ਮਾਲਕ ਦੇ ਨਾਲ ਇੱਕਮਿਕ ਹੋ ਜਾਂਦੇ ਨੇ, ਜੁੜ ਜਾਂਦੇ ਹਨ। ਸੱਚਾ ਨਾਮ ਆਧਾਰ, ਤੇ ਪ੍ਰਮਾਤਮਾ ਫਿਰ ਉਹਨਾਂ ਦਾ ਨਾਮ ਹੈ, ਭਾਵ ਉਸ ਮਾਲਕ ਦਾ ਸਦਾ ਥਿਰ ਨਾਮ ਹੈ ਜਿਹੜਾ ਸਦਾ ਲਈ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। ਆਧਾਰ ਭਾਵ ਆਸਰਾ, ਸਹਾਰਾ ਬਣ ਜਾਂਦਾ ਹੈ। ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਫਿਰ ਉਹ ਮਾਲਕ ਦੀ ਰਜ਼ਾ ਦੇ ਅਨੁਸਾਰ, ਉਹਦੇ ਸ਼ਬਦ ਦੇ ਅਨੁਸਾਰ ਆਪਣਾ ਫੈਸਲਾ ਕਰਦੇ ਨੇ। ਭਾਵ ਫੈਸਲਾ ਕਰਨ ਤੋਂ ਭਾਵ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਪਰਮੇਸ਼ਰ ਰੱਬ ਮਾਲਕ ਇਹ ਚਾਹੁੰਦਾ ਹੈ, ਇਸ ਕਰਕੇ ਮੇਰਾ ਫੈਸਲਾ ਇਹ ਹੈ, ਦੁਨੀਆ ਦਾ ਫੈਸਲਾ ਜਿਹੜਾ ਮਰਜ਼ੀ ਹੋਵੇ ਮੈਨੂੰ ਉਹਦੀ ਪਰਵਾਹ ਨਹੀਂ ਹੈ। ਸੱਚੀ ਕਾਰ ਕਮਾਵਣੀ, ਸੱਚੇ ਨਾਲ ਪਿਆਰ। ਪਾਤਸ਼ਾਹ ਜੀ ਆਖਦੇ ਹਨ ਕਿ ਜਿਨ੍ਹਾਂ ਫਿਰ ਮਨੁੱਖਾਂ ਨੇ ਉਸ ਮਾਲਕ ਦੇ ਅਨੁਸਾਰ ਸੱਚੀ ਕਾਰ ਕੀਤੀ, ਭਾਵ ਕਿ ਜਿਨ੍ਹਾਂ ਨੇ ਉਸ ਮਾਲਕ ਦੀ ਸੇਵਾ ਦੇ, ਮਾਲਕ ਦੀ ਯਾਦ ਦੇ, ਉਹਦੇ ਹੁਕਮ ਦੇ ਅਨੁਸਾਰ ਇਹ ਜ਼ਿੰਦਗੀ ਦੇ ਵਿੱਚ ਕਾਰ ਦੀ, ਕਿਰਤ ਦੀ ਕਮਾਈ ਕੀਤੀ, ਕਾਰ ਕੀਤੀ, ਉਹਨਾਂ ਦਾ ਪਿਆਰ ਸਦਾ ਥਿਰ ਸੱਚੇ ਪ੍ਰਭੂ ਦੇ ਨਾਲ ਬਣ ਜਾਂਦਾ ਹੈ, ਪ੍ਰਾਪਤ ਕਰ ਲੈਂਦੇ ਹਨ। ਸੱਚਾ ਸ਼ਾਹ ਵਰਤਦਾ, ਕੋਏ ਨਾ ਮੇਟਣ ਹਾਰ। ਹੁਣ ਇੱਥੇ ਆਪਾਂ ਸ਼ਾਹ ਉਚਾਰਨ ਕਿਉਂ ਕੀਤਾ ਹੈ? ਲਿਖਿਆ ਤੇ ਸਾਹ ਹੈ, ਸੱਚਾ ਸ਼ਾਹ, ਕਿਉਂਕਿ ਉਹ ਸਦਾ ਥਿਰ ਮਾਲਕ ਆਪ ਸ਼ਾਹ ਹੈ, ਉਹ ਸ਼ਾਹ ਹੈ, ਸਾਹ ਨਹੀਂ, ਸ਼ਾਹ ਹੈ। ਇੱਥੇ ਔਂਕੜ ਵੀ ਹੈ ਨਾਲ, ਕਿਉਂਕਿ ਸ਼ਾਹ ਇਕੱਲਾ ਹੈ। ਸੱਚਾ ਸ਼ਾਹ ਕੀ ਉਹ ਸਦਾ ਥਿਰ ਸ਼ਾਹ ਹੈ, ਵਰਤਦਾ ਭਾਵ ਉਸ ਮਾਲਕ ਦਾ ਹੀ, ਉਸ ਸ਼ਾਹ ਦਾ ਹੀ ਜਿਹੜਾ ਹੈ, ਜਿਹੜਾ ਸ਼ਾਹ ਸਾਰੇ ਇਸ ਸੰਸਾਰ ਦਾ ਮਾਲਕ ਹੈ, ਉਹਦਾ ਹੁਕਮ ਹੀ ਸਾਰੇ ਸੰਸਾਰ ਦੇ ਅੰਦਰ ਵਰਤਦਾ ਹੈ। ਕੋਏ ਨਾ ਮੇਟਣ ਹਾਰ, ਤੇ ਕੋਈ ਵੀ ਜੀਵ ਹੈ ਉਹਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ, ਉਹਦੇ ਹੁਕਮ ਤੋਂ ਮੁੱਖ ਨਹੀਂ ਮੋੜ ਸਕਦਾ, ਉਹਦੇ ਹੁਕਮ ਤੋਂ ਆਕੀ ਨਹੀਂ ਹੋ ਸਕਦਾ ਕਿ ਨਹੀਂ ਰੱਬ ਜੀ ਤੁਹਾਡੀ ਆਹ ਗੱਲ ਮੈਨੂੰ ਚੰਗੀ ਨਹੀਂ ਲੱਗੀ, ਇਸ ਕਰਕੇ ਮੈਂ ਇਹ ਨਹੀਂ ਕਰਾਂਗਾ, ਮੈਨੂੰ ਕੁਝ ਹੋਰ ਕਹੋ। ਐਸਾ ਤਾਂ ਨਹੀਂ ਹੈ।
ਉਹ ਸਾਰਿਆਂ ਵਾਸਤੇ ਉਹਦਾ ਹੁਕਮ ਇੱਕੋ ਹੀ ਹੈ। ਮਨ ਮੁਖ ਮਹਿਲ ਨ ਪਾਇਨੀ, ਕੂੜ ਮੁੱਠੇ ਕੂੜਿਆਰ। ਪਾਤਸ਼ਾਹ ਜੀ ਆਖਦੇ ਕਿ ਜਿਹੜੇ ਮਨਮੁਖ ਨੇ ਮਹਿਲ ਨ ਪਾਣੀ, ਉਹ ਮਾਲਕ ਦਾ ਦਰ ਘਰ ਪ੍ਰਾਪਤ ਨਹੀਂ ਕਰ ਸਕਦੇ। ਕੂੜ ਮੁੱਠੇ ਕੁੜਿਆਰ, ਉਹ ਝੂਠੇ, ਉਹ ਝੂਠਾ ਹੀ ਜੀਵਨ ਜਿਉਂਦੇ ਹਨ ਅਤੇ ਝੂਠ ਹੀ ਹਮੇਸ਼ਾ ਉਹਨਾਂ ਦੇ ਅੰਦਰ ਵਰਤਦਾ ਹੈ ਤੇ ਉਹ ਹਮੇਸ਼ਾ ਝੂਠੇ ਰੂਪ ਦੇ ਵਿੱਚ ਹੀ, ਭਾਵ ਕਿ ਇਸ ਜਗਤ ਦੇ ਵਿੱਚ ਝੂਠੇ ਮੋਹ ਵਿੱਚ ਹੀ ਆਪਣੇ ਆਪ ਨੂੰ ਮਾਇਆ ਦੇ ਹੱਥੋਂ ਠਗਾ ਲੈਂਦੇ ਨੇ। ਭਾਵ ਕਿ ਝੂਠ ਕੁੜਿਆਰ ਮਾਇਆ ਦੇ ਵਿੱਚ ਹੀ ਉਹ ਲੱਗੇ ਰਹਿੰਦੇ ਹਨ। ਇਸ ਕਰਕੇ ਉਹਨਾਂ ਦੇ ਹੱਥ ਹੈ ਜਿਹੜਾ ਕੁਝ ਵੀ ਨਹੀਂ ਆਉਂਦਾ ਹੈ। ਹਉਮੈ ਕਰਤਾ ਜਗ ਮੁਆ, ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਪਾਤਸ਼ਾਹ ਜੀ ਆਖਦੇ ਕਿ ਹਉਮੈ ਕਰਤਾ ਜਗ ਮੁਆ, ਹਉਮੈ ਕਰਦਾ, ਮੈਂ ਕਰਦਾ, ਮੇਰਾ ਕਰਦਾ ਜਗ ਹੈ ਜਿਹੜਾ, ਉਹ ਜਿਹੜਾ ਇਸੇ ਹੰਕਾਰ ਦੇ ਵਿੱਚ, ਇਸੇ ਹਉਮੈ ਦੇ ਵਿੱਚ ਆਤਮਿਕ ਮੌਤ ਜਿਹੜਾ ਉਹ ਸਹੇੜ ਲੈਂਦਾ, ਆਤਮਿਕ ਮੌਤੇ ਜਿਹੜਾ ਹੈ ਮਰਦਾ ਰਹਿੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਦੀ ਸ਼ਰਨ ਤੋਂ ਦੂਰ ਰਹਿ ਕੇ, ਗੁਰੂ ਦੇ ਸ਼ਬਦ ਤੋਂ ਦੂਰ ਰਹਿ ਕੇ, ਇਸ ਵਾਸਤੇ ਉਹਦੇ ਜੀਵਨ ਦੇ ਵਿੱਚ ਹਮੇਸ਼ਾ ਜਿਹੜਾ ਘੁੱਪ ਹਨੇਰਾ ਉਹ ਬਣਿਆ ਰਹਿੰਦਾ ਹੈ। ਮਾਇਆ ਮੋਹ ਵਿਸਾਰਿਆ, ਸੁਖ ਦਾਤਾ ਦਾਤਾਰ। ਇੱਥੇ ਮੋਹ ਦਾ ਅਰਥ ਕੀ ਹੋਵੇਗਾ? ਮੋਹ ਵਿੱਚ ਸਿਹਾਰੀ ਲੱਗੀ ਹੋਈ, ਇਹਨੂੰ ਮੋਹੇ ਨਹੀਂ ਪੜਾਂਗੇ। ਇਸ ਕਰਕੇ ਮਾਇਆ ਦੇ ਮੋਹ ਵਿੱਚ ਫਸ ਕੇ ਜਿਹੜਾ ਮਨਮੁਖ ਹੈ ਉਹਨੇ ਵਿਸਾਰਿਆ, ਭੁਲਾ ਦਿੱਤਾ ਹੈ ਕਿਸ ਨੂੰ? ਸੁਖ ਦਾਤਾ, ਜਿਹੜਾ ਸਾਰੇ ਸੰਸਾਰ ਨੂੰ, ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ। ਦਾਤਾਰ, ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਸਤਿਗੁਰ ਸੇਵ ਹੈ ਤਾਂ ਉਬਰ ਹੈ, ਸੱਚ ਰੱਖੈ ਉਰ ਧਾਰ। ਸਤਿਗੁਰ ਸੇਵੇ, ਜਦੋਂ ਫਿਰ ਜੀਵ ਹੈ ਜਿਹੜਾ ਉਹ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਸਤਿਗੁਰੂ ਦੇ ਅਨੁਸਾਰ ਹੀ ਆਪਣਾ ਜੀਵਨ ਜਿਉਂਦਾ ਹੈ, ਤਾਂ ਉਭਰੈ, ਉਹ ਫਿਰ ਇਸ ਮਾਇਆ ਦੇ ਵੱਲੋਂ ਮੋਹ ਦੇ ਵਿੱਚੋਂ ਜਿਹੜਾ ਹੈ ਉੱਭਰ ਪੈਂਦਾ ਹੈ, ਬਚ ਜਾਂਦਾ ਹੈ, ਬਾਹਰ ਨਿਕਲ ਆਉਂਦਾ ਹੈ। ਸੱਚ ਰੱਖੈ ਉਰ ਧਾਰ, ਤੇ ਫਿਰ ਕੀ ਹੁੰਦਾ ਹੈ? ਉਸ ਸਦਾ ਥਿਰ ਮਾਲਕ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖਦੇ ਹਨ। ਕਿਰਪਾ ਤੇ ਹਰ ਪਾਈਐ, ਸੱਚ ਸ਼ਬਦ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿਰਪਾ ਤੇ ਹਰ ਪਾਈਐ, ਕਿ ਉਹ ਮਾਲਕ ਆਪਣੀ ਮਿਹਰ ਦੇ ਨਾਲ ਆਪ ਹੀ ਮਿਲਦਾ ਹੈ, ਆਪ ਹੀ ਪ੍ਰਾਪਤ ਹੁੰਦਾ ਹੈ ਅਤੇ ਗੁਰ ਸ਼ਬਦ ਦੀ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਮਨ ਨਿਰਮਲਾ, ਹਉਮੈ ਤਜ ਵਿਕਾਰ। ਹੁਣ ਪਾਤਸ਼ਾਹ ਜੀ ਵੇਖੋ ਕਿੰਨਾ ਸੋਹਣਾ ਸਾਫ਼-ਸਾਫ਼ ਸਮਝਾ ਰਹੇ ਹਨ। ਸਤਿਗੁਰ ਸੇਵ ਕਿ ਸੱਚੇ ਗੁਰੂ ਦੇ ਅਨੁਸਾਰ ਸੇਵਾ ਕਰਕੇ, ਸੱਚੇ ਗੁਰੂ ਦੇ ਅਨੁਸਾਰ ਜੀਵਨ ਜਿਉਂ ਕੇ ਮਨ ਨਿਰਮਲਾ, ਮਨ ਜਿਹੜਾ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਅਤੇ ਹਉਮੈ ਤਜ ਵਿਕਾਰ, ਹਉਮੈ ਆਦਿ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਆਪ ਛੋੜ ਜੀਵਤ ਮਰੈ, ਗੁਰ ਕੈ ਸ਼ਬਦ ਵਿਚਾਰ।
सतगुरु पातशाह जी वेखो हुण किन्ना सोहणे शब्दां दी रहमत कर रहे हन कि आप छोड़ भाव आपा भाव छड्ड के अपने मन दी मत छड्ड के जीवत मरै ਜਿਉਂਦਿਆਂ ਹੋਇਆਂ ਵਿਕਾਰਾਂ ਨੂੰ ਛੱਡ ਦਿੰਦਾ ਹੈ। ਭਾਵ ਵਿਕਾਰਾਂ ਦੇ ਵੱਲੋਂ ਆਪਣੇ ਆਪ ਨੂੰ ਮਾਰ ਲੈਂਦਾ ਹੈ। ਗੁਰ ਕੈ ਸ਼ਬਦ ਵਿਚਾਰ ਅਤੇ ਗੁਰੂ ਦੇ ਸ਼ਬਦ ਰਾਹੀਂ ਫਿਰ ਉਸ ਮਾਲਕ ਦੇ ਨਾਮ ਦੀ ਵਿਚਾਰ ਹਿਰਦੇ ਦੇ ਵਿੱਚ ਟਿਕ ਜਾਂਦੀ ਹੈ। ਇਹਦੇ ਨਾਲ ਹੀ ਮਨੁੱਖ ਆਪਣਾ ਆਪਾ ਛੱਡਦਾ ਹੈ, ਆਪਣੀ ਮਤ ਛੱਡਦਾ ਹੈ ਅਤੇ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਸੰਸਾਰਿਕ ਕਿਰਤਕਾਰ ਕਰਦਿਆਂ ਹੋਇਆਂ ਬਚਾ ਲੈਂਦਾ ਹੈ। ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ। ਧੰਦਾ ਧਾਵਤ ਕਿ ਜਿਹੜੇ ਸਿਰਫ ਮਾਇਆ ਦੀ ਖਾਤਰ ਧੰਦਿਆਂ ਵਿੱਚ ਫਸੇ ਰਹੇ, ਦੁਨੀਆ ਦੀ ਕਿਰਤਕਾਰ ਵਿੱਚ ਫਸੇ ਰਹੇ, ਉਹ ਰਹਿ ਗਏ। ਉਸ ਮਾਲਕ ਦੇ ਨਾਲ ਮਿਲਾਪ ਹਾਸਲ ਕਰਨ ਤੋਂ ਰਹਿ ਗਏ। ਉਹਨਾਂ ਨੇ ਜੀਵਨ ਆਪਣਾ ਬਿਰਥਾ ਕਰ ਲਿਆ ਤੇ ਲਾਗਾ ਸਾਚ ਪਿਆਰ, ਤੇ ਜਿਹੜੇ ਉਹਦੇ ਨਾਲ ਜੁੜ ਗਏ ਉਹਨਾਂ ਨੇ ਉਸ ਮਾਲਕ ਦਾ ਪਿਆਰ ਮਿਲਾਪ ਹੈ ਜਿਹੜਾ ਉਹ ਹਾਸਲ ਕਰ ਲਿਆ ਹੈ। ਭਾਵ ਉਹ ਦੁਨੀਆ ਦੇ ਝਮੇਲਿਆਂ ਤੋਂ ਭਟਕਣਾ ਤੋਂ ਬਚ ਗਏ ਹਨ। ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ। ਜਿਹੜੇ ਸਦਾ ਥਿਰ ਨਾਮ ਦੇ ਵਿੱਚ ਰਤੇ ਗਏ, ਜਿਨ੍ਹਾਂ ਨੇ ਆਪਣਾ ਪ੍ਰੇਮ ਉਸ ਮਾਲਕ ਦੇ ਨਾਮ ਵਿੱਚ ਜੋੜ ਲਿਆ, ਮੁਖ ਉਜਲੇ, ਫਿਰ ਉਹ ਉਸ ਤਿਤ ਸੱਚੈ ਸਾਚੈ ਦਰਬਾਰ, ਉਸ ਮਾਲਕ ਦੇ ਦਰਬਾਰ ਵਿੱਚ ਉਹ ਉਜਲ ਮੁਖ ਵਾਲੇ ਹੋ ਗਏ। ਉਹਨਾਂ ਨੂੰ ਇੱਜ਼ਤ ਹੈ ਜਿਹੜੀ ਉਸ ਮਾਲਕ ਦੇ ਦਰਬਾਰ ਵਿੱਚ ਪ੍ਰਾਪਤ ਹੁੰਦੀ ਹੈ। ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਭਾਵ ਪਿਆਰ। ਕਿ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ ਆਪਣਾ ਜੀਵਨ ਰਹਿਬਰ ਨਹੀਂ ਮੰਨਿਆ, ਭਾਵ ਗੁਰੂ ਨੂੰ ਆਪਣੇ ਜੀਵਨ ਦਾ ਜਿਹੜਾ ਹੈ ਉਦੇਸ਼ ਨਹੀਂ ਸਮਝਿਆ, ਗੁਰੂ ਦੇ ਅਨੁਸਾਰ ਜੀਵਨ ਨਹੀਂ ਪਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿੱਚ ਆਪਣਾ ਪਿਆਰ ਨਹੀਂ ਬਣਾਇਆ, ਨਹੀਂ ਜੋੜਿਆ, ਉਹ ਫਿਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿ ਸ਼ਬਦ ਨਾ ਲੱਗੋ ਪਿਆਰ, ਅਤੇ ਸਤਿਗੁਰੂ ਦੇ ਸ਼ਬਦ ਨੂੰ ਨਹੀਂ ਮੰਨਿਆ ਅਤੇ ਨਾ ਹੀ ਪਿਆਰ ਪਾਇਆ ਹੈ। ਇਸ਼ਨਾਨ ਦਾਨ ਜੇਤਾ ਕਰਹਿ ਦੂਜੈ ਭਾਏ ਖੁਆਰ। ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜੇ ਪਿਆਰ ਨਹੀਂ ਕਰਦੇ, ਸਤਿਗੁਰੂ ਦੇ ਸ਼ਬਦ ਨੂੰ ਨਹੀਂ ਮੰਨਦੇ, ਫਿਰ ਇਸ਼ਨਾਨ ਦਾਨ ਜੇਤਾ ਕਰੈ, ਉਹ ਫਿਰ ਜਿੰਨੇ ਮਰਜੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ, ਜਿੰਨਾ ਮਰਜੀ ਦਾਨ ਕਰਨ, ਇਸ਼ਨਾਨ ਦਾਨ ਜੇਤਾ ਕਰੈ, ਜਿੰਨਾ ਮਰਜੀ ਇਸ਼ਨਾਨ ਕਰਨ, ਜਿੰਨਾ ਮਰਜੀ ਦਾਨ ਕਰਨ, ਮਾਇਆ ਦੇ ਪਿਆਰ ਕਾਰਨ ਫਿਰ ਉਹ ਸਾਰਾ ਉਹਨਾਂ ਨੂੰ ਖੁਆਰ ਹੀ ਕਰਦਾ ਹੈ। ਭਾਵ ਉਹ ਉਹਨਾਂ ਨੂੰ ਜਿਹੜਾ ਹੈ ਤੰਗ ਹੀ ਕਰਦਾ ਹੈ। ਦੂਜੇ ਭਾਏ ਖੁਆਰ, ਕਿਉਂਕਿ ਉਹ ਕਿਤੇ ਨਾ ਕਿਤੇ ਬਾਹਰੀ ਰੂਪ ਦੇ ਵਿੱਚ ਗੁਰੂ ਦੇ ਸ਼ਬਦ ਤੋਂ ਆਕੀ ਹੋ ਕੇ ਇਹ ਕੰਮ ਕਰਦੇ ਨੇ ਕਿ ਸਾਨੂੰ ਦਾਨ ਕਰਨ ਨਾਲ ਸੁੱਖ ਮਿਲ ਜਾਏਗਾ ਜਾਂ ਇਸ਼ਨਾਨ ਕਰਨ ਨਾਲ ਸੁੱਖ ਮਿਲ ਜਾਏਗਾ। ਜੇ ਗੁਰੂ ਦਾ ਸ਼ਬਦ ਹਿਰਦੇ ਵਿੱਚ ਨਹੀਂ ਹੈ, ਫਿਰ ਇਹ ਵੀ ਕੀਤੇ ਹੋਏ ਕਾਰਜ ਖੁਆਰ ਹੀ ਕਰਦੇ ਹਨ। ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ। ਹਰ ਜੀਉ, ਜਦੋਂ ਉਹ ਮਾਲਕ ਆਪਣੀ ਕਿਰਪਾ ਜੀਵ ਦੇ ਉੱਤੇ ਕਰਦਾ ਹੈ ਤਾਂ ਫਿਰ ਉਸ ਜੀਵ ਦਾ ਮਾਲਕ ਪਰਮੇਸ਼ਰ ਦੇ ਨਾਲ ਪਿਆਰ ਬਣਦਾ ਹੈ। ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ। हे नानक
ਨਾਮ ਨੂੰ ਤੂੰ ਆਪਣੇ ਹਿਰਦੇ ਦੇ ਵਿੱਚ ਸੰਭਾਲਣਾ ਕਰ, ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ, ਤਾਂ ਹੀ ਗੁਰ ਕੈ ਹੇਤ ਅਪਾਰ, ਤਾਂ ਹੀ ਗੁਰੂ ਦੇ ਅਟੁੱਟ ਪ੍ਰੇਮ ਦੀ ਬਰਕਤ ਨਾਲ ਤੂੰ ਉਸ ਮਾਲਕ ਦੇ ਦਰ ਤੇ ਉੱਤੇ ਪ੍ਰਵਾਨ ਹੋਵੇਂਗਾ। ਤਾਂ ਹੀ ਜਿਹੜਾ ਹੈ ਇਹ ਤੇਰਾ ਮਨੁੱਖਾ ਜਨਮ ਹੈ ਜਿਹੜਾ ਇਹ ਸਫਲ ਹੋਏਗਾ। ਸਤਿਗੁਰੂ ਜੀ ਰਹਿਮਤ ਕਰਨ। 53 ਸ਼ਬਦਾਂ ਦੀ ਵਿਚਾਰ ਪਾਤਸ਼ਾਹ ਜੀ ਨੇ ਇਹ ਸੰਪੂਰਨ ਕਰਵਾਈ ਹੈ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲ